Hello students, this is Ritu Walia, your English teacher. Let's start your new lesson, The Secret of Happiness. ਪਹਿਲਾਂ ਸਭ ਤੋਂ ਬੇਟਾ ਅਸੀਂ ਜਿਹੜੇ ਤੇ ਡਿਫਿਕਲਟ ਵਰਡਸ ਹੈ ਉਹ ਮਾਈਂਡ ਮੈਪ ਦੇ ਥਰੂ ਸਮਝ ਵੀ ਲਈਏ ਔਰ ਇਹਨਾਂ ਨੂੰ ਕਿਸ ਤਰ੍ਹਾਂ ਪ੍ਰੋਨਾਊਂਸ ਕਰਨਾ ਹੈ, ਇਹਨਾਂ ਦਾ ਮੀਨਿੰਗ ਕੀ ਹੈ ਉਹ ਸਮਝ ਲਈਏ। ਦ ਫਰਸਟ ਵਰਡ ਇਜ਼ ਪੀਸ। पीस मतलब शांति। देन रियलाइज मतलब महसूस करना। इंडिविजुअल मतलब कोई इकल्ला इंसान, ठीक है, कोई भी इंसान उन्होंने असी इंडिविजुअल कहने हैं। फेलियर मीन्स असफलता। देन द नेक्स्ट वर्ड इज एवरेज मतलब औसत मतलब ना बहुत वधिया ना बहुत घटिया। सक्सेसफुल मतलब सफल। ताकत पावर। फेयर का मतलब डर। चिपमुंक एक छोटा जा एनिमल जस्ट लाइक अ रैट, एक चूहे की तरह का एनिमल। पर्सनैलिटी व्यक्तित्व, किसी का पर्सनैलिटी किद्दां दी है मतलब ਉਹਦਾ ਗੱਲਬਾਤ ਦਾ ਢੰਗ, ਉਹਦਾ ਖੜੇ ਹੋਣ ਦਾ, ਉਹਦਾ ਚੱਲਣ ਦਾ, ਉਹ ਉਹਦਾ ਵਿਅਕਤੀਤਵ ਨੂੰ ਦਰਸਾਉਂਦਾ ਹੈ। ਗੈਂਗਸਟਰਸ ਲੁਟੇਰਿਆਂ ਦਾ ਗਰੁੱਪ, ਉਹਨੂੰ ਅਸੀਂ ਕੀ ਕਹਿੰਦੇ ਗੈਂਗਸਟਰ। ਗੈਂਗ ਤੁਹਾਨੂੰ ਪਤਾ ਹੀ ਹੈ ਇਸ ਵਰਡ ਦਾ ਮਤਲਬ ਕੀ ਹੁੰਦਾ ਹੈ। ਸਭ ਤੋਂ ਪਹਿਲਾਂ ਬੇਟਾ ਤੁਸੀਂ ਉਹ ਵਰਡਸ ਨੂੰ ਅੱਛੀ ਤਰ੍ਹਾਂ ਲਰਨ ਕਰ ਲੈਣਾ, ਉਹਨਾਂ ਦੇ ਸਪੈਲਿੰਗ ਲਰਨ ਕਰ ਲੈਣੇ। ਹੁਣ ਅਸੀਂ ਕਰਾਂਗੇ ਫਸਟ ਕੁਐਸਚਨ, which is the greatest day in any individual's life? which मतलब केड़ा। greatest सब तो वड्डा महान दिन किसी भी इंसान दी जिंदगी दा, किसी भी इंसान दी जिंदगी दा सब तो वड्डा दिन महान दिन केड़ा है। when जदों an individual एक इंसान begins to realize महसूस करना, बिगिनस मतलब शुरू करता है हिमसेल्फ अपने आप को। दैट डे इज़ द ग्रेटेस्ट डे इन हिज लाइफ। जदों एक इंसान अपने आप को महसूस करना शुरू कर देता है वो दिन उसकी जिंदगी का सब तो वड्डा दिन है। अपने आप को महसूस करना मतलब कि उस इंसान विच अच्छी क्वालिटीज़ है, कि टैलेंट है। जो सानू यह पता लग जाता है वो दिन साडी जिंदगी का सब तो वड्डा दिन होंदा है, जो सानू अपनी स्ट्रेंथ पता लग जाती है। What enthralled student in the psychology class? साइकोलॉजी दी क्लास विच स्टूडेंट विद्यार्थी नू कि किस चीज़ ने एंथ्रॉल किया। एंथ्रॉल मीन्स रोमांचित करना, उत्साहित कर देना। द प्रोफैसर इन द साइकोलॉजी क्लास, प्रोफैसर मतलब ਜਿਹੜੇ कॉलेजेस ਵਿੱਚ ਪੜ੍ਹਾਉਂਦੇ ਹੈ टीचर्स, उन्होंने प्रोफैसर्स कहते हैं। साइकोलॉजी एक सब्जैक्ट है। साइकोलॉजी की क्लास विच जब प्रोफैसर ने कहा कि एन एवरेज मैन फेल्स, एक औसत आदमी फेल हो जाता है। औसत का मतलब होता है कि ना ही बहुत वधिया तो ना ही बहुत घटिया, एक आम औसत इंसान। बिकॉज ही डज नॉट लर्न टू कंट्रोल हिज पावर्स, क्योंकि वो अपनी पावर्स ਨੂੰ ਕੰਟਰੋਲ ਕਰਨਾ ਉਸਨੂੰ ਨਹੀਂ ਆਉਂਦਾ। ਪਾਵਰਸ ਨੂੰ ਕੰਟਰੋਲ ਕਰਨਾ ਮਤਲਬ ਹਰ ਇੱਕ ਵਿੱਚ ਬਹੁਤ ਜ਼ਿਆਦਾ એનર્ਜੀ ਹੁੰਦੀ ਹੈ, ਉਸ એનર્ਜੀ ਨੂੰ ਕਿਵੇਂ ਯੂਜ਼ ਕਰਨਾ, ਕਿੱਥੇ ਯੂਜ਼ ਕਰਨਾ, ਇਹ ਸਾਨੂੰ ਕੰਟਰੋਲ ਕਰਨਾ ਆਉਣਾ ਚਾਹੀਦਾ ਹੈ। ਔਰ ਇੱਕ ਐਵਰੇਜ ਆਦਮੀ ਇਸੇ ਕਰਕੇ ਫੇਲ ਹੋ ਜਾਂਦਾ ਕਿਉਂਕਿ ਉਸਨੂੰ ਆਪਣੀ એનર્ਜੀ ਦੇ ਬਾਰੇ ਪਤਾ ਹੀ ਨਹੀਂ ਹੁੰਦਾ। ਦ ਸਟੂਡੈਂਟ enthralled because he realized that, ਹੁਣ ਉਹ ਸਟੂਡੈਂਟ ਬੜਾ ਉਤਸੁਕ ਹੋ ਜਾਂਦਾ ਹੈ, ਰੋਮਾਂਚਿਤ ਹੋ ਜਾਂਦਾ ਹੈ ਕਿਉਂਕਿ ਉਹ ਮਹਿਸੂਸ ਕਰਦਾ ਹੈ ਦਿਸ ਥਿੰਗ ਵਾਜ਼ ਦ ਕਾਜ਼ ਆਫ ਹਿਜ਼ ਫੇਲੀਅਰ, ਕਿ ਇਹ ਚੀਜ਼ ਹੀ ਮੇਰੀ ਫੇਲੀਅਰ ਅਸਫਲਤਾ ਦਾ ਕਾਰਨ ਹੈ। ਮਤਲਬ ਉਹਨੂੰ ਆਪਣੀ ਅਸਫਲਤਾ ਦਾ ਮੇਨ ਰੀਜ਼ਨ ਪਤਾ ਲੱਗ ਜਾਂਦਾ ਹੈ, ਇਸ ਕਰਕੇ ਉਹ ਉਤਸ਼ਾਹਿਤ ਹੋ ਜਾਂਦਾ ਹੈ।
ਨੈਕਸਟ ਕੁਐਸਚਨ ਦੇਖੋ, ਡਿਡ ਦ ਬॉय ਚੇਂਜ ਐਜ਼ ਅ ਰਿਜ਼ਲਟ ਆਫ ਰਿਅਲਾਈਜੇਸ਼ਨ? ਕੀ ਉਹ ਲੜਕਾ ਇਸ ਰਿਅਲਾਈਜੇਸ਼ਨ ਤੋਂ ਬਾਅਦ ਚੇਂਜ ਹੁੰਦਾ ਹੈ? ਯੈਸ, ਜਦੋਂ ਵੀ ਸਾਡਾ ਕੋਈ ਕੁਐਸਚਨ ਹੈਲਪਿੰਗ ਵਰਬ ਤੋਂ ਸ਼ੁਰੂ ਹੋਏਗਾ, ਅਸੀਂ ਉਹਦਾ ਆਨਸਰ ਸਟਾਰਟ ਕਰਨ ਤੋਂ ਪਹਿਲਾਂ ਯੈਸ ਜਾਂ ਨੋ ਜ਼ਰੂਰ ਲਿਖਦੇ ਹਾਂ। ਹੁਣ ਇਹ ਕੁਐਸਚਨ ਸਾਡਾ ਡਿਡ ਤੋਂ ਸ਼ੁਰੂ ਹੋਇਆ, ਇਸ ਕਰਕੇ ਸਾਡਾ ਇਹਦਾ ਆਨਸਰ ਸੀ ਯੈਸ, ਇਸ ਕਰਕੇ ਅਸੀਂ ਇੱਥੇ ਲਿਖਤਾ ਯੈਸ। ਐਜ਼ ਅ ਰਿਜ਼ਲਟ ਆਫ ਸੈਲਫ ਰਿਅਲਾਈਜੇਸ਼ਨ, ਆਪਣੇ ਆਪ ਨੂੰ ਜਦੋਂ ਉਸਨੇ ਰਿਅਲਾਈਜ਼ ਕਰ ਲਿਆ, ਉਸ ਕਾਰਨ ਦ ਬॉय ਚੇਂਜਡ ਅ ਲੋਟ, ਲੜਕਾ ਬਹੁਤ ਚੇਂਜ ਹੋ ਗਿਆ। ਹੀ ਬਿਕੇਮ ਹਾਈਲੀ ਸਕਸੈਸਫੁਲ ਇਨ ਹਿਜ਼ ਲਾਈਫ, ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਸਫਲ ਹੋ ਗਿਆ, ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਕਿ ਉਹਦੇ 'ਚ ਕੀ ਕੀ ਪੋਜ਼ੀਟਿਵ ਪੁਆਇੰਟਸ ਹੈ, ਕੀ ਟੈਲੈਂਟ ਹੈ, ਔਰ ਜਦੋਂ ਉਹਨੂੰ ਉਹ ਪਤਾ ਲੱਗ ਗਿਆ, ਉਹ ਆਪਣੀ ਜ਼ਿੰਦਗੀ 'ਚ ਸਫਲ ਹੋ ਗਿਆ। ਨੈਕਸਟ ਕੁਐਸਚਨ ਹੈ, ਵਾਟ ਇਜ਼ देयर इन द पर्सनैलिटी ऑफ एवरी मैन? हर इंसान दे व्यक्तित्व अंदर, पर्सनैलिटी अंदर की हुंदा है? There is a great store of unused power in the personality of every man. हर इंसान ਦੀ ਪਰਸਨੈਲਿਟੀ ਦੇ ਅੰਦਰ ਇੱਕ ਬਹੁਤ ਵੱਡਾ ਸਟੋਰ ਜਾਂ ਰੈਜ਼ਰਵਾਇਰ ਵੀ ਨੂੰ ਬੋਲਦੇ ਆ, ਬਟ ਰੈਜ਼ਰਵਾਇਰ ਇਜ਼ ਡਿਫਿਕਲਟ ਵਰਡ, ਸੋ ਇੰਸਟੈਡ ਆਫ ਦੈਟ ਆਈ ਰੋਟ ਸਟੋਰ। ਹਰ ਇਨਸਾਨ ਦੇ ਅੰਦਰ ਇੱਕ ਬਹੁਤ ਜ਼ਿਆਦਾ ਸਟੋਰ ਕੀਤੀ ਹੋਈ ਪਾਵਰ ਹੁੰਦੀ ਹੈ, ਜਿਹਨੂੰ ਉਹ ਯੂਜ਼ ਹੀ ਨਹੀਂ ਕਰਦਾ। ਲਾਈਕ ਐਵਰੀਬਡੀ ਹੈਜ਼ ਇਕੁਅਲ ਬ੍ਰੇਨ, ਉਹਨਾਂ ਦੀ ਬ੍ਰੇਨ ਪਾਵਰ ਵੀ ਇਕੁਅਲ ਹੈ। ਕੋਈ ਬੱਚਾ ਉਸਨੂੰ ਜ਼ਿਆਦਾ ਯੂਜ਼ ਕਰ ਲੈਂਦਾ ਹੈ, ਉਹਨੂੰ ਚੀਜ਼ਾਂ ਜਲਦੀ ਸਮਝ ਆਉਣ ਲੱਗ ਜਾਂਦੀਆਂ ਹੈ। ਕੋਈ ਬੱਚਾ ਉਸ ਬ੍ਰੇਨ ਨੂੰ ਯੂਜ਼ ਹੀ ਨਹੀਂ ਕਰਦਾ, ਉਹ ਆਪਣਾ ਜਿਹੜੀ ਐਨਰਜੀ, ਆਪਣੀ ਪਾਵਰ ਹੈ ਬ੍ਰੇਨ ਦੀ, ਉਹਨੂੰ ਸਟੋਰ ਹੀ ਕਰਕੇ ਰੱਖਦਾ ਹੈ। ਇਸ ਕਰਕੇ ਹੀ ਉਹਨੂੰ ਗੱਲਾਂ ਸਮਝ ਨਹੀਂ ਲੱਗਦੀਆਂ ਜਾਂ ਉਹਨੂੰ ਸਟੱਡੀਜ਼ ਡਿਫਿਕਲਟ ਲੱਗਦੀ ਹੈ। ਸੋ ਹਰ ਇੱਕ ਦੀ ਪਰਸਨੈਲਿਟੀ ਅੰਦਰ ਕੀ ਹੈ? ਗ੍ਰੇਟ ਸਟੋਰ ਆਫ ਅਨਯੂਜ਼ਡ ਪਾਵਰ, ਐਂਡ ਬਾਈ ਯੂਜ਼ਿੰਗ by using this store, weak personalities can become strong. ਔਰ ਇਹ ਜਿਹੜੀ ਸਟੋਰ એનર્ਜੀ ਹੈ, ਸਾਡੀ ਪਾਵਰ ਹੈ, ਇਹਨੂੰ ਯੂਜ਼ ਕਰਕੇ ਵੀਕ ਪਰਸਨੈਲਿਟੀਜ਼, ਕਮਜ਼ੋਰ ਪਰਸਨੈਲਿਟੀ ਵਾਲੇ ਇਨਸਾਨ ਵੀ ਸਟਰੋਂਗ ਬਣ ਸਕਤੇ ਹੈ। ਨੈਕਸਟ ਕੁਐਸਚਨ ਹੈ ਬੇਟਾ, ਹਾਊ ਕੈਨ ਵੀਕ ਪਰਸਨੈਲਿਟੀਜ਼ ਬਿਕਮ ਸਟਰੋਂਗ? ਵੀਕ ਪਰਸਨੈਲਿਟੀਜ਼ ਸਟਰੋਂਗ ਕਿੱਦਾਂ ਬਣ ਸਕਦੀ ਹੈ? सेम साढ़ा यही वाला आंसर आएगा पूरा दा पूरा। नेक्स्ट क्वेश्चन देखो, व्हाट वुड कैस्टरटन preach if he had just one sermon to deliver? ਹੁਣ ਜਿਹੜਾ ਕੈਸਟਰਸਨ ਸੀ, ਉਹਨੇ ਕੀ ਪ੍ਰੀਚ ਹੁੰਦਾ ਟੀਚਿੰਗ ਦੇਣੀ, ਕੋਈ ਸਿੱਖਿਆ ਦੇਣੀ। ਕੀ ਕੀਤਾ? ਪ੍ਰੀਚ ਕੀਤਾ ਸੀ ਕਿ ਉਹ ਕਹਿੰਦਾ ਕਿ ਅਗਰ ਉਹਦੇ ਕੋਲ ਸਿਰਫ ਇੱਕ ਸਰਮਨ, ਇੱਕ ਮਤਲਬ ਸਿੱਖਿਆ ਦੇਣ ਲਈ, ਇੱਕ ਲੈਸਨ ਦੇਣ ਲਈ ਉਹਦੇ ਕੋਲ ਟਾਈਮ ਹੋਏ, ਤੇ ਉਹ ਕੀ ਪ੍ਰੀਚ ਕਰੇਗਾ? ਹੀ ਵੁੱਡ ਪ੍ਰੀਚ ਅਗੇਂਸਟ ਫੇਅਰ। ਉਹਨੇ ਕਿਹਾ ਅਗਰ ਮੈਨੂੰ ਸਿਰਫ ਇੱਕੋ ਹੀ ਸਿੱਖਿਆ ਕਿਸੇ ਬੱਚਿਆਂ ਨੂੰ ਦੇਣੀ ਹੋਏ, ਮੈਂ ਉਹਨਾਂ ਨੂੰ ਕਹਾਂਗਾ ਡਰ ਦੇ ਖਿਲਾਫ ਉਹਨਾਂ ਨੂੰ ਸਿੱਖਿਆ ਦੇਵਾਂਗਾ। ਹੀ ਵੁੱਡ ਆਲਸੋ ਟੈਲ ਦ ਵੇ ਟੂ ਵਿਨ ਇਟ। ਉਹ ਇਸ ਨੂੰ ਜਿੱਤਣ ਦਾ ਵੀ ਤਰੀਕਾ ਦੱਸੇਗਾ ਕਿ ਆਪਾਂ ਆਪਣੇ ਡਰ ਨੂੰ ਕਿੱਦਾਂ ਜਿੱਤ ਸਕਦੇ ਹਾਂ, ਇਹ ਵੀ ਉਹ ਕਹਿੰਦਾ ਕਿ ਉਹ ਦੱਸ ਸਕਦਾ ਹੈ। What did the author find when he flung open the door? author ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਉਹਨੂੰ ਕੀ ਮਿਲਿਆ? ਹੁਣ ਬੇਟਾ ਸਟੋਰੀ ਵਿੱਚ ਸੀ, ਅਗਰ ਸਾਰਿਆਂ ਨੇ ਸਟੋਰੀ ਪੜ੍ਹੀ ਹੈ ਤਾਂ ਉਹਨਾਂ ਨੂੰ ਪਤਾ ਹੈ, ਨਹੀਂ ਪੜ੍ਹੀ ਤੇ ਮੈਂ ਥੋੜ੍ਹਾ ਜਿਹਾ ਦੱਸ ਦਿੰਦੀ ਹੈ ਕਿ ਜਿਹੜਾ ਆਥਰ ਸੀ, ਰਾਈਟਰ ਸੀ, ਉਹ ਜੰਗਲ ਵਿੱਚ ਸੀ ਔਰ ਉਹਨੂੰ ਆਪਣੇ ਕਮਰੇ ਦੇ ਬਾਹਰ ਕੋਈ ਆਵਾਜ਼ਾਂ ਸੁਣਾਈ ਦਿੱਤੀਆਂ। ਉਹਨੂੰ ਲੱਗਿਆ ਕਿ ਕੋਈ ਗੈਂਗਸਟਰ ਹੈ, ਚੋਰਾਂ ਦਾ ਕੋਈ ਗਰੁੱਪ ਹੈ ਜਿਹੜਾ ਲੁੱਟਣ ਆਇਆ ਹੈ। ਉਹ ਡਰ ਰਿਹਾ ਸੀ, ਔਰ ਜਿੱਦਾਂ ਅਸੀਂ ਵੀ ਹਨੇਰੇ 'ਚ ਜਾਈਏ ਅਤੇ ਅਸੀਂ ਸਾਡੇ ਮਨ 'ਚ ਆਏ ਸਾਡੇ ਪਿੱਛੇ ਕੋਈ ਹੈ, ਅਤੇ ਸਾਨੂੰ ਸੀਰੀਅਸਲੀ ਲੱਗਣ ਲੱਗ ਜਾਂਦਾ ਕਿ ਸਾਡੇ ਪਿੱਛੇ ਕੋਈ ਹੈ। ਇਨ ਦ ਸੇਮ ਵੇ ਉਹਨੂੰ ਲੱਗ ਰਿਹਾ ਸੀ ਕਿ ਚੋਰਾਂ ਦਾ ਗਰੁੱਪ ਬਾਹਰ ਹੈ। ਫਿਰ ਉਹ ਇੱਕਦਮ ਦਰਵਾਜ਼ਾ ਖੋਲ੍ਹਦਾ ਹੈ, ਔਰ ਜਦੋਂ ਦਰਵਾਜ਼ਾ ਖੋਲ੍ਹਦਾ ਉਹ ਕੋਈ ਚੋਰ ਨਹੀਂ ਹੁੰਦੇ, ਚਿਪਮੁੰਕ ਹੁੰਦਾ। ਚਿਪਮੁੰਕ ਇੱਕ ਛੋਟਾ ਜਿਹਾ ਜਾਨਵਰ ਹੈ।
ਵੈਨ ਦਾ ਆਥਰ ਫਲੰਗ ਓਪਨ ਦਾ ਡੋਰ, ਜਦੋਂ ਉਹ ਦਰਵਾਜ਼ਾ ਖੋਲ੍ਹਦਾ ਹੈ, ਹੀ ਫਾਊਂਡ ਅ ਲਿਟਲ ਚਿਪਮੁੰਕ ਦੇਅਰ, ਉਹਨੂੰ ਉੱਥੇ ਕੌਣ ਮਿਲਦਾ? ਇੱਕ ਛੋਟਾ ਜਿਹਾ ਚਿਪਮੁੰਕ, ਚੂਹਾ ਜਿਹਾ ਵਰਗਾ ਇੱਕ ਜਾਨਵਰ ਹੁੰਦਾ ਹੈ, ਉਹਨੂੰ ਉਹ ਮਿਲਦਾ ਹੈ। ਨੈਕਸਟ ਕੁਐਸਚਨ ਹੈ ਬੇਟਾ, ਹੁਣ ਤੁਸੀਂ ਪਹਿਲਾਂ 7 ਕੁਐਸਚਨਸ ਲਰਨ ਕਰਨੇ, ਉਸ ਤੋਂ ਬਾਅਦ ਬਾਕੀ ਦਾ ਵੀਡੀਓ ਅੱਗੇ ਦੇਖ ਕੇ ਫਿਰ ਅਗਲੇ ਕੁਐਸਚਨ ਲਰਨ ਕਰਨੇ ਆ, ਸਾਰੇ ਕੁਐਸਚਨਸ ਇਕੱਠੇ ਨਹੀਂ ਕਰਨੇ। ਹਾਊ ਕੈਨ ਵਨ ਹੈਵ ਅ ਰੀਅਲ escape from fear? ਡਰ ਤੋਂ ਕਿਵੇਂ, ਹਾਊ ਮੀਨਸ ਕਿਵੇਂ, ਵਨ ਮਤਲਬ ਕੋਈ ਵੀ, ਛੁਟਕਾਰਾ ਪਾ ਸਕਦਾ। ਅਸਲੀ ਛੁਟਕਾਰਾ ਕਿਸ ਤਰ੍ਹਾਂ ਅਸੀਂ ਡਰ ਤੋਂ ਪਾ ਸਕਦੇ ਹਾਂ? ਤੁਸੀਂ ਦੇਖਿਆ ਹੋਏਗਾ ਬੇਟਾ, ਜਦੋਂ ਤੁਸੀਂ ਨਵਾਂ ਸਾਈਕਲ ਸਿੱਖਿਆ ਹੋਏਗਾ, ਜਦੋਂ ਤੁਸੀਂ ਡਰ ਕੇ ਚਲਾਉਂਦੇ ਸੀ ਤੇ ਤੁਸੀਂ ਡੋਲ ਜਾਂਦੇ ਸੀ, ਗਿਰ ਜਾਂਦੇ ਸੀ। ਪਰ ਜਦੋਂ ਤੁਹਾਡੇ ਨੂੰ ਕੌਨਫੀਡੈਂਸ ਆ ਗਿਆ, ਜਾਂ ਕਿਸੇ ਬੱਚੇ ਨੂੰ ਜਦੋਂ ਕੌਨਫੀਡੈਂਸ ਆ ਜਾਂਦਾ ਕਿ ਯੈਸ ਆਈ ਕੈਨ ਡੂ ਦਿਸ ਵਰਕ, ਮੈਂ ਇਹ ਚਲਾ ਸਕਦਾ, ਮੈਂ ਕੰਮ ਕਰ ਸਕਦਾ ਹਾਂ, ਤੇ ਉਹ ਬੜੇ ਵਧੀਆ ਤਰੀਕੇ ਨਾਲ ਉਸ ਕੰਮ ਨੂੰ ਕਰ ਲੈਂਦਾ ਹੈ। We can have a real escape from fear. ਸਾਨੂੰ ਡਰ ਤੋਂ ਅਸਲੀ ਛੁਟਕਾਰਾ ਕਦੋਂ ਮਿਲੇਗਾ? By having faith in God. ਜਦੋਂ ਸਾਨੂੰ ਭਗਵਾਨ ਤੇ ਪੂਰਾ ਭਰੋਸਾ ਹੋਏਗਾ, ਫਿਰ ਸਾਨੂੰ ਮਿਲ ਸਕਦਾ ਛੁਟਕਾਰਾ। We should have faith that, ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ that we are not alone. ਅਸੀਂ ਇਕੱਲੇ ਨਹੀਂ ਹੈ। ਕੌਣ ਹੈ ਸਾਡੇ ਨਾਲ ਹਰ ਸਮੇਂ? God. We should have faith that God is always with us. ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਭਗਵਾਨ ਸਾਡੇ ਨਾਲ ਹਮੇਸ਼ਾ ਹੈ। ਠੀਕ ਹੈ। ਨੈਕਸਟ ਕੁਐਸਚਨ ਦੇਖੋ, ਮੈਂ ਥੋੜਾ ਜਿਹਾ ਸਪੀਡਲੀ ਕਰ ਰਹੀ ਹਾਂ ਕਿਉਂਕਿ ਲੈਸਨ ਲੰਬਾ ਹੈ ਔਰ ਤੁਹਾਡਾ ਫਿਰ ਵੀਡੀਓ ਵੀ ਬਹੁਤ ਲੰਬਾ ਹੋ ਜਾਂਦਾ ਹੈ। What was priceless secret discovered by Mr. Khagwa? Priceless ਬੇਸ਼ਕੀਮਤੀ, secret ਰਹੱਸ। ਮਿਸਟਰ ਖਗਵਾ ਨੇ ਕਿਹੜਾ ਸੀਕਰੇਟ ਜਿਹੜਾ ਸੀ ਬੇਸ਼ਕੀਮਤੀ ਸੀਕਰੇਟ ਉਹਨੂੰ ਪਾ ਲਿਆ ਸੀ? ਹੁਣ ਦੇਖੋ ਬੇਟਾ, ਮਿਸਟਰ ਖਗਵਾ ਡਿਸਕਵਰਡ ਦੈਟ if a person immerses himself over a long period in the grace of God, he can attain peace of mind. ਮਿਸਟਰ ਖਗਵਾ ਨੇ ਕੀ ਪਾ ਲਿਆ ਸੀ ਕਿ ਅਗਰ ਇੱਕ ਇਨਸਾਨ ਬਹੁਤ ਲੰਬੇ ਸਮੇਂ ਤੱਕ ਭਗਵਾਨ ਦੇ ਆਸ਼ੀਰਵਾਦ ਗ੍ਰੇਸ ਦੇ ਨੀਚੇ ਰਹੇ, ਉਹਦੇ 'ਚ ਡੁੱਬਿਆ ਰਹੇ, ਤਾਂ ਹੀ ਕੈਨ ਅਟੇਨ, ਉਹਨੂੰ ਕੀ ਮਿਲੇਗਾ? ਸ਼ਾਂਤੀ, ਦਿਮਾਗੀ ਸ਼ਾਂਤੀ, ਮਾਨਸਿਕ ਸ਼ਾਂਤੀ ਮਿਲਦੀ ਹੈ। ਨਥਿੰਗ ਕੈਨ ਡਿਸਟਰੋਏ ਸੱਚ ਪੀਸ, ਔਰ ਇੱਦਾਂ ਦੀ ਸ਼ਾਂਤੀ ਨੂੰ ਕੋਈ ਵੀ ਡਿਸਟਰੋਏ, ਨਸ਼ਟ ਨਹੀਂ ਕਰ ਸਕਦਾ। ਠੀਕ ਹੈ ਬੇਟਾ, ਇੰਨੇ ਤੁਹਾਡੇ ਛੋਟੇ ਕੁਐਸਚਨ ਸੀ। ਹੁਣ ਜਿਹੜੇ ਤੁਹਾਨੂੰ ਲੌਂਗ ਆਨਸਰ ਟਾਈਪ ਕੁਐਸਚਨਸ ਹੈ, ਐਸ ਯੂ ਨੋ ਦੈਟ ਕਿ ਮੈਂ ਉਹ ਕੁਐਸਚਨਸ ਕੀ ਕੀਤੇ ਹੁੰਦੇ, ਛੋਟੇ ਕੁਐਸਚਨ ਨੂੰ ਹੀ ਮਿਕਸ ਕਰਕੇ ਲਿਖਾਏ ਹੁੰਦੇ ਹੈ। ਫਿਰ ਵੀ ਮੈਂ ਤੁਹਾਨੂੰ ਇੱਕ ਵਾਰੀ ਦੱਸ ਦਿੰਦੀ ਹਾਂ। Describe in your words how the professor changed the attitude of the students. ਆਪਣੇ ਸ਼ਬਦਾਂ ਵਿੱਚ ਦੱਸੋ ਕਿ ਪ੍ਰੋਫੈਸਰ ਨੇ ਸਟੂਡੈਂਟ ਦਾ ਐਟੀਟਿਊਡ ਕਿਵੇਂ ਚੇਂਜ ਕੀਤਾ। ਹੁਣ ਤੁਸੀਂ ਉਹ ਪੜ੍ਹਿਆ ਸੀ ਸਾਰਾ ਕਿ ਉਹ ਕਿੱਦਾਂ ਐਂਥਰੋਲ ਹੋ ਗਿਆ ਸੀ, ਉਹੀ ਸਾਰਾ ਲਿਖਣਾ। ਫਸਟ ਲਾਈਨ ਅਸੀਂ ਅਲੱਗ ਤੋਂ ਲਿਖੀਏ, ਦ ਸਟੂਡੈਂਟ ਵਾਜ਼ ਵੈਰੀ ਵੀਕ ਇਨ ਹਿਸ ਸਟੱਡੀ, ਕਿ ਬੱਚਾ ਬਹੁਤ ਵੀਕ ਸੀ, ਕਮਜ਼ੋਰ ਸੀ ਆਪਣੀ ਪੜ੍ਹਾਈ 'ਚ। The professor in his class said that an average man fails because he does not learn to control his power. ਠੀਕ ਹੈ, ਇਹ ਉਹੀ ਵਾਲੀ ਲਾਈਨ ਆ ਗਈ ਜਿਹੜੀ ਮੈਂ ਤੁਹਾਨੂੰ ਕਰਵਾਈ ਹੈ। Then he gave an example of burning glass. ਔਰ ਇਸ ਗੱਲ ਨੂੰ ਸਮਝਾਉਣ ਲਈ ਉਹਨੇ ਇੱਕ ਬਰਨਿੰਗ ਗਲਾਸ, ਜਲਦੇ ਹੋਏ ਗਲਾਸ ਦੀ ਐਗਜ਼ਾਮਪਲ ਦਿੱਤੀ। The student realized this thing was the cause of his failure. ਹੁਣ ਸਟੂਡੈਂਟ ਨੇ ਮਹਿਸੂਸ ਕੀਤਾ, ਅੱਛਾ ਇਹ ਕਾਜ਼ ਹੈ ਮੇਰੀ ਫੇਲੀਅਰ ਦਾ। ਇਨ ਦਿਸ ਵੇ ਫਿਰ ਸਾਡਾ ਕੁਐਸਚਨ 'ਚ ਆ ਗਿਆ, ਦ ਪ੍ਰੋਫੈਸਰ ਚੇਂਜ ਦ ਟੋਟਲ ਐਟੀਟਿਊਡ ਆਫ ਦ ਸਟੂਡੈਂਟ। ਠੀਕ ਹੈ, ਸਮਝ ਆ ਗਿਆ? ਆਲਮੋਸਟ ਸਾਡਾ ਸੇਮ ਸੀ ਆਨਸਰ ਉਹਦਾ, ਜੋ ਅਸੀਂ ਪਹਿਲੋਂ 2 ਕੁਐਸਚਨ ਵਿੱਚ ਲਰਨ ਕੀਤਾ ਸੀ, ਉਹ ਮੈਂ ਇੱਕ ਵਿੱਚ ਐਡ ਕਰਤਾ ਸੀ। ਨੈਕਸਟ ਹੈ, ਰਾਈਟ ਅ ਸਮੋਲ ਪੈਰਾਗ੍ਰਾਫ ਔਨ ਦਾ ਪ੍ਰੋਪਰ ਯੂਜ਼ ਆਫ ਹਿਊਮਨ ਐਨਰਜੀ। ਇੱਕ ਪੈਰਾਗ੍ਰਾਫ ਲਿਖੋ ਕਿ ਹਿਊਮਨ ਐਨਰਜੀ ਨੂੰ ਕਿੱਦਾਂ ਪ੍ਰੋਪਰਲੀ ਯੂਜ਼ ਕਰਨਾ ਹੈ। There is a great store of energy in the personality of every man. ਹਰ ਇਨਸਾਨ ਦੀ ਪਰਸਨੈਲਿਟੀ ਵਿੱਚ ਬਹੁਤ ਜ਼ਿਆਦਾ ਐਨਰਜੀ ਹੁੰਦੀ ਹੈ, ਇਹ ਅਸੀਂ ਕਰ ਚੁੱਕੇ ਹਾਂ।
but sadly an average man uses only 20% of it। ਪਰ ਸਭ ਤੋਂ ਅਫਸੋਸ ਵਾਲੀ ਗੱਲ ਹੈ, ਇੱਕ ਆਦਮੀ ਜਿੰਨੀ ਉਹਦੀ ਪਾਵਰ ਹੁੰਦੀ ਹੈ ਉਹਦੇ 'ਚੋਂ ਸਿਰਫ 20% ਉਹ ਯੂਜ਼ ਕਰਦਾ ਹੈ, ਬਾਕੀ ਨੂੰ ਇੱਦਾਂ ਹੀ ਸਟੋਰ ਕੀਤਾ ਪਿਆ ਰਹਿਣ ਦਿੰਦਾ ਹੈ। ਹੁਣ ਤੁਸੀਂ ਲੋਕ ਹੋ, ਕਈ ਬੱਚੇ ਸੋਚਦੇ ਕਿ ਸਾਡੇ ਜਿਹੜੀ ਫਰੈਂਡ ਹੈ ਉਹ ਜਲਦੀ ਯਾਦ ਕਰ ਲੈਂਦੀ, ਮੈਨੂੰ ਨਹੀਂ ਹੁੰਦਾ। ਉਹਦਾ ਰੀਜ਼ਨ ਹੈ ਕਿ ਉਹ ਆਪਣੀ 100% 80% ਜਿਹੜੀ ਐਨਰਜੀ ਹੈ ਉਹਨੂੰ ਯੂਜ਼ ਕਰ ਰਹੀ ਹੈ, ਔਰ ਤੁਸੀਂ ਉਹਦੇ 'ਚੋਂ ਸਿਰਫ 20% ਕਰ ਰਹੇ ਹੋ। The rest of it remains unused। ਹੁਣ ਬਾਕੀ એનર્ਜੀ ਨੂੰ ਤੁਸੀਂ ਇੱਦਾਂ ਦਾ ਇੱਦਾਂ ਹੀ ਪਿਆ ਰਹਿਣ ਦੇ ਰਹੇ ਹੋ। By using this store of energy, weak personality can become strong। ਔਰ ਅਗਰ ਇਹੀ ਜਿਹੜੀ ਤੁਸੀਂ ਅਨਯੂਜ਼ਡ એનર્ਜੀ ਸਟੋਰ ਕਰਕੇ ਰੱਖੀ ਹੈ ਇਹਨੂੰ ਯੂਜ਼ ਕਰਨਾ ਸ਼ੁਰੂ ਕਰ ਦਿਓ, ਵੀਕ ਬੱਚੇ ਵੀ ਸਟਰੋਂਗ ਬਣ ਜਾਣਗੇ। ਠੀਕ ਹੈ, ਇਸ ਕਰਕੇ ਹੁਣ ਸਭ ਨੇ ਜਦੋਂ ਪੜ੍ਹਨਾ 100% ਆਪਣੀ એનર્ਜੀ ਲਗਾ ਕੇ ਯੂਜ਼ ਕਰਨੀ ਪੜ੍ਹਨਾ ਹੈ। ਜਿਵੇਂ ਕਿ ਬੇਟਾ ਤੁਸੀਂ ਸਭ ਨੇ, ਤੁਹਾਨੂੰ ਲੱਗਦਾ ਕਿ ਤੁਹਾਨੂੰ ਰੱਬ ਨੇ ਦਿਮਾਗ ਕੱਟ ਦਿੱਤਾ, ਕਈ ਬੱਚੇ ਮਹਿਸੂਸ ਕਰਦੇ ਆ, ਬਟ ਤੁਸੀਂ ਦੇਖੋ ਬ੍ਰੇਨ ਸਭ ਦਾ ਇਕੁਅਲ ਹੈ। ਗਾਣੇ ਜਦੋਂ ਤੁਸੀਂ ਸੁਣਦੇ ਹੋ ਜਾਂ ਮੂਵੀ ਜਦੋਂ ਤੁਸੀਂ ਦੇਖਦੇ ਹੋ ਉਹ ਤੁਹਾਨੂੰ ਇਕੁਅਲੀ ਬਾਕੀ ਇੰਟੈਲੀਜੈਂਟ ਬੱਚਿਆਂ ਜਿੰਨੀ ਹੀ ਜਲਦੀ ਯਾਦ ਹੋ ਜਾਂਦੀ ਹੈ, ਸਿਰਫ ਇਸ ਕਰਕੇ ਕਿ ਉੱਧਰ ਤੁਸੀਂ ਆਪਣੀ ਪੂਰੀ ਐਨਰਜੀ ਪੂਰੀ ਪਾਵਰ ਲਗਾਉਂਦੇ ਹੋ, ਪਰ ਪੜ੍ਹਾਈ ਟਾਈਮ ਤੁਸੀਂ ਪਾਵਰ ਨਹੀਂ ਲਗਾਉਂਦੇ, ਇਸ ਕਰਕੇ ਉਹ ਤੁਹਾਨੂੰ ਨਹੀਂ ਆਉਂਦੀ। ਅਦਰਵਾਈਜ਼ ਇੱਦਾਂ ਨਹੀਂ ਹੈ ਕਿ ਕਿਸੇ ਨੂੰ ਬ੍ਰੇਨ ਕੱਟ ਮਿਲਿਆ ਹੋਏ। ਨੈਕਸਟ ਦੇਖੋ, ਰਿਲੇਟ ਦ ਇੰਸੀਡੈਂਟ ਆਫ ਨਾਰਥ ਵੁੱਡਸ ਇਨ ਯੋਰ ਓਨ ਵਰਡਸ। ਹੁਣ ਸਟੋਰੀ ਵਿੱਚ ਇੱਕ ਨਾਰਥ ਵੁੱਡ ਦੀ ਘਟਨਾ ਆਈ ਸੀ, ਉਹਨੂੰ ਆਪਣੇ ਸ਼ਬਦਾਂ 'ਚ ਲਿਖੋ। Once the author was alone in the north woods। ਨਾਰਥ ਦੇ ਜੰਗਲ ਵਿੱਚ ਉਹ ਇਕੱਲਾ ਸੀ। The night was very dark। ਰਾਤ ਬੜੀ ਕਾਲੀ ਸੀ। He heard some noises। ਉਹਨੂੰ ਕੁਝ ਆਵਾਜ਼ਾਂ ਸੁਣਾਈ ਦਿੰਦੀਆਂ। He thought there were some gangsters। ਉਹਨੂੰ ਲੱਗਦਾ ਇੱਥੇ ਕੁਝ ਗੈਂਗਸਟਰ ਆਏ ਹੋਏ ਹੈ। But when he opened the door, he found a little chipmunk there। ਪਰ ਜਦੋਂ ਦਰਵਾਜ਼ਾ ਖੋਲ੍ਹਦਾ ਉਹਨੂੰ ਕੌਣ ਦਿਖਾਈ ਦਿੰਦਾ ਹੈ? ਇੱਕ ਛੋਟਾ ਜਿਹਾ ਚਿਪਮੁੰਕ ਦਿਖਾਈ ਦਿੰਦਾ। ਨੈਕਸਟ ਹੁਣ ਬੇਟਾ ਆ ਗਿਆ, ਰਾਈਟ ਇਨ ਬਰੀਫ ਦ ਮੈਸੇਜ ਗਿਵਨ ਬਾਏ ਮਿਸਟਰ ਕੈਗਵਾ। ਠੀਕ ਹੈ, ਮਿਸਟਰ ਕੈਗਵਾ ਨੇ ਕਿਹੜਾ ਮੈਸੇਜ ਦਿੱਤਾ ਸੀ? ਉਹਨਾਂ ਨੇ ਦਿੱਤਾ ਸੀ ਨਾ ਕਿ ਅਗਰ ਉਹਨਾਂ ਨੂੰ ਇੱਕ ਸਮਨ ਦੇਣਾ ਹੋਏ ਤਾਂ ਕਿਹੜਾ ਦੇਣਗੇ? ਕੁਐਸਚਨ ਨੰਬਰ 9 ਜਿਹੜਾ ਤੁਸੀਂ ਕੀਤਾ ਸੀ ਉਹਦਾ ਹੀ ਆਨਸਰ ਲਿਖ ਦੇਣਾ ਹੈ। ਔਰ ਇਸ ਦੇ ਨਾਲ ਹੀ ਤੁਹਾਡਾ ਲੈਸਨ ਕੰਪਲੀਟ ਹੋ ਗਿਆ। ਸਾਰੇ ਬੱਚਿਆਂ ਨੇ ਇਹਨੂੰ ਲਰਨ ਕਰ ਲੈਣਾ ਹੈ ਅੱਛੀ ਤਰ੍ਹਾਂ। ਥੈਂਕ ਯੂ। Have a very, very good day.